ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 1588 ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਜਿਹੜੀ ਇਹ ਸੰਪੂਰਨ ਹੋ ਚੁੱਕੀ ਹੈ। ਉਸ ਤੋਂ ਬਾਅਦ 'ਚ ਜਿਹੜਾ ਵੱਡਾ ਕਾਰਜ ਕਰਨ ਵਾਸਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਮਹਾਰਾਜ ਬਾਣੀ ਇਕੱਤਰ ਕਰਨ ਲੱਗਦੇ ਹਨ। ਤਾਂ ਗੁਰੂ ਸਾਹਿਬਾਨਾਂ ਦੀ, ਭਗਤ ਸਾਹਿਬਾਨਾਂ ਦੀ, ਭੱਟ ਸਾਹਿਬਾਨਾਂ ਦੀ ਬਾਣੀ ਇਕੱਤਰ ਕਰਕੇ ਤੇ ਜਿਹੜਾ ਗੁਰਦੁਆਰਾ ਸ਼ਹੀਦਾਂ ਵਾ ਅੰਮ੍ਰਿਤਸਰ ਸਾਹਿਬ ਉਹਦੇ ਬਿਲਕੁਲ ਲਾਗੇ ਗੁਰਦੁਆਰਾ ਰਾਮਸਰ ਸਾਹਿਬ, ਉੱਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਦੇ ਸਰੂਪ ਦੀ ਸੰਪਾਦਨਾ ਸ਼ੁਰੂ ਕੀਤੀ। ਸਾਰੀ ਬਾਣੀ ਨੂੰ ਤਰਤੀਬਵਾਰ ਰਾਗਾਂ ਦੇ ਵਿੱਚ ਇਕੱਤਰ ਕਰਕੇ ਸਰੂਪ ਤਿਆਰ ਕਰਨ ਲੱਗਦੇ ਆ। 3 ਸਾਲ ਲੱਗਦੇ ਆ। 1601 ਤੋਂ ਲੈ ਕੇ 1604 ਤੱਕ ਇਹ ਸਰੂਪ ਤਿਆਰ ਹੁੰਦਾ, ਜਿਹਦੇ ਵਿੱਚ ਕਹਿ ਦਈਏ ਕਿ ਗੁਰ ਸਾਗਰ ਰਤਨੀ ਭਰਪੂਰੇ, ਰਤਨਾਂ ਦੇ ਨਾਲ ਭਰਪੂਰ ਇੱਕ ਜਿਹੜਾ ਉਹ ਸਰੋਵਰ ਤਿਆਰ ਹੋ ਗਿਆ। ਤੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਜਿਹੜੇ ਗੁਰਸਿੱਖ ਮੁੜ ਕੇ ਉਸ ਤੋਂ ਬਾਅਦ 'ਚ ਇਸ ਪਰਮਾਰਥ ਦੇ ਰਸਤੇ 'ਚ ਕੋਈ ਵੀ ਦੁਨੀਆ ਤੋਂ ਚੱਲਣਾ ਚਾਹੁੰਦਾ, ਉਹ ਫਿਰ ਆ ਕੇ ਇਸ ਸਰੋਵਰ ਦੇ ਵਿੱਚੋਂ ਜਲ ਛਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚੋਂ। ਇੱਥੋਂ ਆਣ ਕੇ ਫਿਰ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਫਿਰ ਉਹ ਦੂਰ ਨਹੀਂ ਜਾਂਦੇ। ਸਿੱਖ ਆਪਣੀ ਜਾਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੱਧ ਪਿਆਰ ਕਰਦੇ ਆ। ਕਾਰਨ ਇਹੀ ਹੈ ਕਿ ਸਾਡੀ ਲਾਈਫ ਲਾਈਨ ਹੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਉਸ ਤੋਂ ਬਿਨਾਂ ਸਿੱਖ ਦੀ ਹੋਂਦ ਹੀ ਨਹੀਂ ਹੈ। ਉਹ ਸਰੂਪ ਲਿਖ ਦਿੱਤਾ ਅਖੀਰ 'ਚ ਕਿ ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो, जे को खावै जे को भुंचै तिसका होए उधारो। ਜਿਹੜਾ ਤੇ ਹੁਣ ਗੁਰਬਾਣੀ ਨੂੰ ਖਾਣ ਦਾ ਮਤਲਬ ਆ ਉਹਨੂੰ ਪੜ੍ਹਨਾ, ਉਹਨੂੰ ਵਿਚਾਰ ਕਰਨਾ। ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰਾਖੁਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਉਸ ਸਰੂਪ ਦੀ ਜਦੋਂ ਪੂਰੀ ਤਿਆਰੀ ਹੋ ਗਈ ਤਾਂ ਫਿਰ ਜਿਹੜਾ ਨਾ 1604 ਦੇ ਵਿੱਚ ਬਹੁਤ ਸੰਗਤ ਇਕੱਠੀ ਹੋਈ। ਬਾਬਾ ਬੁੱਢਾ ਜੀ ਉਸ ਦਿਨ ਉਸ ਸਰੂਪ ਨੂੰ ਆਪਣੇ ਸੀਸ ਦੇ ਉੱਤੇ ਲੈ ਕੇ ਚੱਲਦੇ ਹਨ ਅੱਗੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਿੱਛੇ ਚੌਰ ਕਰ ਰਹੇ ਹਨ, ਨਾਲ ਬਹੁਤ ਸੰਗਤ ਹੈ, ਨਰ ਸਿੰਘੇ ਵੱਜ ਰਹੇ ਹਨ ਤੇ ਸਿਮਰਨ ਕਰਦੀ ਸੰਗਤ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਰਾਮਸਰ ਸਾਹਿਬ ਤੋਂ ਦਰਬਾਰ ਸਾਹਿਬ ਆ ਕੇ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੇ ਬਿਰਾਜਮਾਨ ਹੋ ਜਾਂਦੇ ਹਨ। ਅੱਜ ਤੱਕ ਉੱਥੇ ਬਿਰਾਜਮਾਨ ਹਨ। ਤੇ ਜਿਹੜੇ ਉਹ 15 ਭਗਤਾਂ ਦੀ ਬਾਣੀ ਆਈ, ਜਿਹੜੇ ਵੱਖੋ ਵੱਖਰੇ ਦੇਸ਼ ਦਸ਼ੰਤਰਾਂ ਤੋਂ, ਵੱਖੋ ਵੱਖਰੀ ਬੈਕਗਰਾਊਂਡ ਧਰਮਾਂ ਤੋਂ, ਜਿਨ੍ਹਾਂ ਦੀ ਬੋਲੀ ਅਲੱਗ ਸੀਗੀ ਔਰ ਜਿਹੜੇ ਉਸ ਪਰਮੇਸ਼ਰ ਦੇ ਰਸਤੇ ਤੇ ਚੱਲੇ, ਉਹਨਾਂ ਦੀ ਬਾਣੀ ਇਨਕਲੂਡ ਕਰਕੇ ਗੁਰੂ ਸਾਹਿਬ ਜੀ ਨੇ ਆਪਸੀ ਭਾਈਚਾਰਾ, ਮਾਨਵਤਾ ਦੇ ਭਲੇ ਵਾਸਤੇ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਤੇ ਇੱਕ ਐਸੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਗਈ, ਰਹਿੰਦੀ ਦੁਨੀਆ ਤੱਕ ਹਰ ਸਿੱਖ ਦੀ, ਹਰ ਮਨੁੱਖ ਦੀ ਰਹਿਨੁਮਾਈ ਕਰਦੇ ਰਹਿਣਗੇ, ਉਸ ਨੂੰ ਰੂਹਾਨੀਅਤ ਦਾ ਰਸਤਾ ਦਿਖਾਉਂਦੇ ਰਹਿਣਗੇ। ਉਸ ਦੇ ਵੇਲੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ ਔਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੀ ਪਹਿਲੀ ਵਾਰ ਜਿਹੜਾ ਇਹਦਾ ਪ੍ਰਕਾਸ਼ ਕਰਕੇ ਗੁਰੂ ਸਾਹਿਬ ਦਾ ਤੇ ਹੁਕਮਨਾਮਾ ਲਵੋ। ਉਸ ਵੇਲੇ ਫਿਰ ਹੁਕਮਨਾਮਾ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸ ਤਰੀਕੇ ਨਾਲ ਉੱਥੇ ਪ੍ਰਕਾਸ਼ ਹੋਇਆ, ਦੀਵਾਨ ਸੱਜਿਆ। ਉਹੋ ਹੀ ਦੀਵਾਨ ਉੱਦਾਂ ਹੀ ਉਦੋਂ ਤੋਂ ਫਿਰ ਸੱਜਦਾ ਆ ਰਿਹਾ ਨਿਰੰਤਰ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਜਾਂਦੇ ਹਨ ਦਰਬਾਰ ਸਾਹਿਬ, ਸਾਰਾ ਦਿਨ ਉੱਥੇ ਦੀਵਾਨ ਸੱਜਦਾ ਹੈ ਤੇ ਸ਼ਾਮ ਨੂੰ ਆਉਂਦੇ ਹਨ। ਸੋ ਉਸ ਦਿਨ ਵੀ ਜਦੋਂ ਸ਼ਾਮ ਨੂੰ ਸੁੱਖ ਆਸਣ ਸਾਹਿਬ ਦੀ ਸੇਵਾ ਹੋਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਤੋਂ ਚੱਲ ਕੇ ਜਾ ਕੇ ਕੋਠਾ ਸਾਹਿਬ ਵਿਸ਼ਰਾਮ ਕਰਦੇ ਹਨ। ਔਰ ਇਹ ਵੀ ਸਾਖੀ ਆਉਂਦੀ ਹੈ ਕਿ ਉਸ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਰਾਮ ਉਸ ਪਲੰਘ ਸਾਹਿਬ ਤੇ ਕਰਾਇਆ ਔਰ ਆਪ ਥੱਲੇ ਭੁੰਜੇ ਹੀ ਚਾਦਰ ਵਿਛਾ ਕੇ ਲੰਮੇ ਪਏ। ਇੰਨਾ ਸਤਿਕਾਰ ਕੀਤਾ। ਹੁਣ ਦੇਖੋ, ਗੁਰੂ ਸਾਹਿਬ ਤੇ ਆਪ ਬਾਣੀ ਦਾ ਸਰੂਪ ਹਨ, ਉਹਨਾਂ ਦੀ ਹੀ ਰਚੀ ਹੋਈ ਬਾਣੀ ਹੈ, ਪਰ ਸਤਿਕਾਰ ਇੰਨਾ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਮੇਰੇ ਵਰਗੇ ਵੀ ਮੁੜ ਕੇ ਦੁਨੀਆ 'ਚ ਪੈਦੇ ਹੋਣੇ ਆ, ਜਿਨ੍ਹਾਂ ਨੇ ਹਰ ਗੱਲ ਤੇ ਸ਼ੰਕਾ ਕਰਨੇ, ਜਿਨ੍ਹਾਂ ਨੇ ਕਹਿਣਾ ਇਹ ਗਿਆਨ ਦਾ ਹੀ ਆ, ਇਹ ਭਾਈ ਪੁਸਤਕ ਨਹੀਂ ਆ, ਇਹ ਸਾਡਾ ਗੁਰੂ ਹੈ। ਇਹ ਉਹੀ ਹੈ ਜਿਹਨੂੰ ਮਹਾਰਾਜ ਨੇ ਕਹਿਤਾ ਸੀ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਜਦੋਂ ਤੋਂ ਇਸ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਚਰਨਾਂ 'ਚ ਪੈ ਗਏ, ਅਸੀਂ ਨਹੀਂ ਭਾਈ ਹੁਣ ਕਿਸੇ ਪਾਸੇ ਅੱਖ ਰੱਖਣੀ। ਇਹ ਸਿੱਖ ਦਾ ਨਿਸ਼ਚਾ ਹੋਣਾ ਚਾਹੀਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਜਿੰਨਾ ਕੀਤਾ ਜਾਵੇ ਓਨਾ ਥੋੜ੍ਹਾ। ਕਿ ਇਸ ਜਿਹੜੀ ਸਰੂਪ ਸੀਗਾ ਇਹ ਫਿਰ ਕਰਤਾਰਪੁਰ ਸਾਹਿਬ ਚਲ ਗਿਆ, ਧੀਰ ਮੱਲੀਆਂ ਨੇ ਵਾਪਸ ਨਹੀਂ ਕੀਤਾ।
10ਵੇਂ ਪਾਤਸ਼ਾਹ ਨੇ 1706 ਦੇ ਵਿੱਚ ਨਵਾਂ ਸਰੂਪ ਰਚਿਆ ਜਿਹਨੂੰ ਦਮਦਮੀ ਬੀੜ ਕਿਹਾ ਜਾਂਦਾ, ਔਰ ਉਸ ਦੇ ਵਿੱਚ ਸਾਰੀ ਬਾਣੀ ਪਲੱਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਜਿਹੜੀ ਆ, ਔਰ ਉਸ ਸਰੂਪ ਨੂੰ ਲਿਖਿਆ ਭਾਈ ਮਨੀ ਸਿੰਘ ਜੀ ਹੁਣਾਂ ਨੇ। ਪਹਿਲੇ ਸਰੂਪ ਦੀ ਲਿਖਣ ਦੀ ਸੇਵਾ ਜਿਹੜੀ ਸੀ ਉਹ ਭਾਈ ਗੁਰਦਾਸ ਜੀ ਹੁਣਾਂ ਨੇ ਕੀਤੀ ਸੀ, ਔਰ ਉਹ ਹੀ ਦਮਦਮੀ ਬੀੜ ਜਿਹੜੀ ਸੀ ਉਸੇ ਨੂੰ ਹੀ ਮੁੜ ਕੇ ਗੁਰਗੱਦੀ ਦਿੱਤੀ ਗਈ। ਤੇ ਜਦੋਂ ਗੁਰਗੱਦੀ ਦਿੱਤੀ ਗਈ ਸੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ, ਉਸ ਵੇਲੇ ਹੁਕਮ ਆਇਆ ਸੀਗਾ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਏ, ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ। ਗੁਰੂ ਸਾਹਿਬ ਮਿਲ ਗਏ ਸਾਨੂੰ ਸ਼ਬਦ ਰੂਪ, ਸਾਡੀ ਕਿਸਮਤ ਖੁੱਲ ਗਈ ਤੇ ਉਸ ਪਰਮੇਸ਼ਰ ਦੀ ਕਿਰਪਾ ਹੋ ਗਈ, ਔਰ ਆਪਾਂ ਹੁਣ ਉਸ ਦਾ ਕੀਰਤਨ ਕਰੀਏ ਰੱਜ ਰੱਜ ਕੇ। ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਤੇ ਅਗਲੀ ਪੰਕਤੀ 'ਚ ਕੀ ਸੀ ਕਿ ਸ਼ਰਮ ਥਾਕਾ, ਇੱਥੇ ਇਹਦਾ ਅਰਥ ਹੈ ਕਿ ਦੌੜ ਭੱਜ ਜਿਹੜੀ ਸੀ ਨਾ, ਜਿਹੜੇ ਅਸੀਂ ਭਟਕਦੇ ਫਿਰਦੇ ਸੀ, ਸ਼ਰਮ ਥੱਕ ਗਏ, ਉਹ ਤੋਂ ਥੱਕ ਗਏ, ਥੋੜਾ ਜਿਹਾ ਟਿਕ ਜਾਣਾ ਚਾਹੀਦਾ ਸੀ ਸਾਨੂੰ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਿਲ ਗਏ ਸੀ ਸਾਨੂੰ ਟਿਕ ਜਾਣਾ ਚਾਹੀਦਾ ਸੀ। ਸ਼ਰਮ ਥਾਕਾ ਪਾਏ ਬਿਸਰਾਮਾ, ਵਿਸ਼ਰਾਮ 'ਚ ਆ ਜਾਣਾ ਚਾਹੀਦਾ ਸੀ। ਤੇ ਸਾਡੀ ਜਿਹੜੀ ਮਿਟ ਗਈ ਸਗਲੀ ਧਾਈ, ਜਿਹੜੇ ਅਸੀਂ ਭੱਜੇ ਫਿਰਦੇ ਸੀ ਨਾ, ਜਿਹੜੇ ਅੱਜ ਫੇਰ ਅਸੀਂ ਡੇਰਿਆਂ ਤੇ ਭੱਜੇ ਫਿਰਦੇ, ਕੋਈ ਡੇਰਿਆਂ ਤੇ, ਕੋਈ ਕਿਸੇ ਜਥੇਬੰਦੀ ਮਗਰ, ਕੋਈ ਕਿਸੇ ਬਾਬੇ ਮਗਰ, ਭੱਜ ਦੌੜ ਸਾਡੀ ਅੱਜ ਫੇਰ ਲੱਗੀ ਹੋਈ ਆ। ਜਦੋਂ ਕਿ ਗੱਲ ਸਿਰਫ ਇੰਨੀ ਆ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਗੁਰੂ ਹਨ ਤੇ ਮੈਂ ਉਹਦਾ ਇੱਕ ਸਿੱਖ ਹਾਂ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵਿਚਾਰ ਕਰਕੇ ਮੈਂ ਆਪਣੇ ਜੀਵਨ 'ਚ ਧਾਰਾਂ ਤੇ ਮੈਂ ਆਪਣਾ ਜੀਵਨ ਸਵਾਰਾਂ। ਗੱਲ ਸਿਰਫ ਇੰਨੀ ਆ, ਵਿੱਚ ਵਿਚੋਲੇ ਪਾ ਕੇ ਵਿਚੋਲੇ ਭਟਕਾਉਣ ਪੈ ਗਏ, ਵਿਚੋਲੇ ਸਿੱਖ ਨੂੰ ਭਟਕਾਉਣ ਲੱਗ ਪਏ, ਆਪੋ ਆਪਣੇ ਰਸਤੇ ਤੇ ਤੋਰ ਲਿਆ, ਆਪੋ ਆਪਣੀਆਂ ਰਹਿਤ ਮਰਿਆਦਾ ਬਣਾ ਲਈਆਂ, ਆਪੋ ਆਪਣੇ ਹੋਰ ਹੀ ਸਿਸਟਮ ਚਲਾ ਲਏ। ਅਜੇ ਵੀ ਆਈਏ ਵਾਪਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ 'ਚ, ਉਹਨਾਂ ਦਾ ਪਹਿਲਾ ਪ੍ਰਕਾਸ਼ ਹੋਇਆ, ਫਿਰ ਉਹ ਗੁਰੂ ਸਾਡੇ ਬਣ ਕੇ ਸਦਾ ਲਈ ਜੁਗੋ ਜੁਗ ਟੱਲ ਹੋ ਗਏ, ਔਰ ਅਸੀਂ ਉਹਨਾਂ ਦੇ ਸਿੱਖ। ਤੇ ਆਓ ਉਸੇ ਗੁਰੂ ਨੂੰ ਸੀਸ ਨਵਾਈਏ। ਇਹ ਸੌਖਾ ਤਰੀਕਾ ਹੁੰਦਾ ਕਿ ਕਿਸੇ ਬਾਬੇ ਦੇ ਜਾ ਕੇ ਪੈਰੀ ਪੈ ਜਾਣਾ, ਲੋਕਾਂ ਕੋਲੋਂ ਪੁੱਛਣਾ ਕੀ ਕਰੀਏ। ਜਦੋਂ ਬਾਣੀ ਪਹਿਲਾਂ ਔਖੀ ਲੱਗਦੀ, ਜਦੋਂ ਬਾਣੀ ਦੇ ਅਰਥ ਤੁਸੀਂ ਆਪ ਵਿਚਾਰਨ ਕਰ ਲਓਗੇ, ਉਸ ਤੋਂ ਬਾਅਦ 'ਚ ਫਿਰ ਆਪ ਕਹੋਗੇ ਮੈਂ ਕਿੱਥੇ ਭੁੱਲਿਆ ਰਿਹਾ, ਕਿੱਥੇ ਭਟਕਿਆ ਰਿਹਾ, ਮੈਂ ਲੋਕਾਂ ਦੇ ਮਗਰ ਲੱਗਿਆ ਰਿਹਾ, ਮੈਂ ਗੀਤ ਸੁਣਦਾ ਰਿਹਾ, ਹੋਰ ਦੁਨੀਆ 'ਚ ਜਾਂਦਾ ਰਿਹਾ। ਇਹ ਗੁਰੂ ਨਾਨਕ ਦੇਵ ਜੀ ਦੇ ਮਿੱਠੇ ਪਿਆਰੇ ਗੀਤ ਜਿਨ੍ਹਾਂ ਨੂੰ ਅਸੀਂ ਸ਼ਬਦ ਕਹਿੰਦੇ ਆ, ਆਓ ਉਹ ਸੁਣੀਏ, ਜਿਨ੍ਹਾਂ ਨਾਲ ਸਾਡਾ ਲੋਕ ਤੇ ਪਰਲੋਕ ਦੋਵੇਂ ਸਵਾਰੇ ਜਾਣ ਜੀ। ਹੋਈਆਂ ਭੁੱਲਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ